ਡੋਗਸ ਨੂੰ ਜੋ ਘਰ ਦੇ ਵਿੱਚ 16 ਡੋਗਸ ਹੈ ਉਹਨਾਂ ਨੂੰ ਖਾਣਾ ਪੀਣਾ ਦੇਣਾ, ਅਤੇ ਜੋ ਆਸ-ਪਾਸ ਦੇ ਬਾਹਰ ਡੋਗ ਨੇ ਉਹਨਾਂ ਨੂੰ ਮੈਂ 2 ਟਾਈਮ ਸਵੇਰੇ ਸ਼ਾਮ ਦੇ ਦਿੰਦੀ ਹਾਂ। ਜੋ ਦੂਰ ਏਰੀਆਜ਼ ਹੈ ਉੱਥੇ ਮੈਂ 1 ਟਾਈਮ ਜਾ ਕੇ ਦਿੰਦੀ ਹਾਂ। ਜਦੋਂ ਅਸੀਂ ਰਾਤ ਨੂੰ ਫੀਡਿੰਗ ਕਰਨ ਜਾਂਦੇ ਹਾਂ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਇੰਜਰਡ ਹੋਇਆ ਹੈ, ਅਤੇ ਫਿਰ ਉਸ ਤੋਂ ਬਾਅਦ ਮੈਂ ਤਿਆਰ ਹੋ ਕੇ ਉਹਨੂੰ ਪਿਕ ਕਰਕੇ ਕਲੀਨਿਕ ਲੈ ਕੇ ਜਾਂਦੀ ਹਾਂ ਅਤੇ ਟਰੀਟਮੈਂਟ ਵਗੈਰਾ ਕਰਵਾ ਕੇ ਉਹਨੂੰ ਵਾਪਸ ਉਹਦੀ ਜਗ੍ਹਾ 'ਤੇ ਛੱਡਣਾ। $40 to 50 ਐਗਸ ਹੁੰਦੇ ਮੇਰੇ ਕੋਲ ਇੱਕ ਦਿਨ 'ਚ, ਅਤੇ ਪਹਿਲਾਂ ਮੈਂ ਉਹਨਾਂ ਨੂੰ ਜ਼ਿਆਦਾ ਦਿੰਦੀ ਹਾਂ ਜੋ ਥੋੜ੍ਹੇ ਵੀਕ ਨੇ, ਬਿਮਾਰ ਚੱਲ ਰਹੇ ਨੇ, ਜਾਂ ਨਿਊ ਮਦਰਸ ਨੇ, ਜਾਂ ਫਿਰ ਜਿਨ੍ਹਾਂ ਨੂੰ ਕੋਈ ਆਲਰੇਡੀ ਮੈਡੀਸਨ ਚੱਲ ਰਹੀ ਹੈ। ਡੇਲੀ ਦਾ ਆਉਂਦਾ ਹੋਊਗਾ ਫਿਰ ਉਹ ਕੋਈ ਮਦਦ ਵੀ ਕਰਦਾ ਜਾਂ ਕਿਵੇਂ ਕੋਲੋਂ ਕਰਦੇ ਹੋ ਖਰਚ, ਕਿੰਨਾ ਕੁ ਖਰਚਾ ਆ ਜਾਂਦਾ ਫਿਰ? ਭਾਜੀ ਜ਼ਿਆਦਾਤਰ ਤਾਂ ਖਰਚਾ ਅਸੀਂ ਸਾਰਾ ਹੀ ਆਪਣੀ ਪੋਕਟ ਤੋਂ ਹੀ ਕਰ ਰਹੇ ਹਾਂ। ਪਰ ਡੇ ਦਾ 1300 ਤੋਂ ਲੈ ਕੇ 1500 ਫੂਡ ਦਾ ਖਰਚਾ ਆਉਂਦਾ ਡੇਲੀ ਦਾ, ਅਤੇ ਜੋ ਮੈਡੀਕਲ ਐਕਸਪੈਂਸਿਸ ਨੇ ਉਹ ਅਲੱਗ ਨੇ। ਹੁਣ ਜਿੱਦਾਂ ਬਾਰਿਸ਼ਾਂ ਵਿੱਚ ਇਸ ਸੀਜ਼ਨ 'ਚ ਡੋਗਸ ਬਹੁਤ ਬਿਮਾਰ ਪੈ ਰਹੇ ਨੇ, ਅਤੇ ਅਸੀਂ ਤਕਰੀਬਨ 20 ਤੋਂ 25 ਦਿਨ ਮੰਥ ਦੇ ਤੁਹਾਨੂੰ ਕਲੀਨਿਕ ਵਿੱਚ ਮਿਲਾਂਗੇ। ਤਕਰੀਬਨ ਰੋਜ਼ ਹੀ ਜਾਣਾ ਪੈਂਦਾ, ਕੋਈ ਨਾ ਕੋਈ ਡੋਗ ਮਿਲ ਜਾਂਦਾ। ਉਹ ਵਿਚਾਰੇ ਉਹਦਾ ਵੇਟ ਕਰਦੇ ਨੇ ਕਿ ਉਹਨਾਂ ਦਾ ਪੇਟ ਭਰਨ ਕੋਈ ਆ ਰਿਹਾ, ਅਤੇ ਮੈਂ ਜਾਂਦੀ ਹਾਂ, ਫਿਰ ਉਹ ਖੂਬ ਡਾਂਸ ਵੀ ਕਰਦੇ ਨੇ, ਕੁੱਦਦੇ ਨੇ, ਬਹੁਤ ਐਕਸਾਈਟਿਡ ਹੁੰਦੇ ਨੇ ਦੇਖ ਕੇ। ਭਾਜੀ 10 ਕਿਲੋ ਦੁੱਧ ਮੈਂ ਲੈ ਰਹੀ ਹਾਂ ਡੇਲੀ, ਅਤੇ ਥੋੜ੍ਹਾ ਜਿਹਾ ਇਹਦੇ 'ਚ ਪਾਣੀ ਵਗੈਰਾ ਐਡ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਪਿਓਰ ਨਹੀਂ ਦੇਈਦਾ, ਇਹਨਾਂ ਦੀ ਸਟਮਕ ਵਗੈਰਾ ਅਪਸੈਟ ਹੋ ਜਾਂਦੀ ਹੈ। ਪਾਣੀ ਵਗੈਰਾ ਵੀ ਐਡ ਥੋੜ੍ਹਾ ਕਰ ਲੈਂਦੇ, ਅਤੇ ਅਰਾਊਂਡ 13-14 ਕਿਲੋ ਬਣ ਜਾਂਦਾ ਹੁਣ। ਹੁੰਦੀਆਂ ਕਈ ਵਾਰੀ ਨਾਰਾਜ਼ਗੀਆਂ, ਮੇਰੀ ਕਜ਼ਨਸ ਵਗੈਰਾ ਵੀ ਕਹਿੰਦੀ ਹੈ ਕਿ ਤੂੰ ਸਾਡੇ ਵਾਸਤੇ ਟਾਈਮ ਨਹੀਂ ਹੁਣ ਕਰਦੀ, ਪਰ ਉਹ ਦੂਸਰੀ ਸਾਈਡ 'ਤੇ ਅੰਡਰਸਟੈਂਡ ਵੀ ਕਰਦੀ ਹੈ, ਮੈਨੂੰ ਇਨਕਰੇਜ ਵੀ ਕਰਦੇ ਨੇ ਕਿ ਜੋ ਤੂੰ ਕੰਮ ਕਰ ਰਹੀ ਹੈ ਬਹੁਤ ਅੱਛਾ ਹੈ ਅਤੇ ਕੰਟੀਨਿਊ ਕਰ। ਇਸ ਕਰਕੇ ਉਹ ਸਭ ਅੰਡਰਸਟੈਂਡ ਕਰਦੇ ਨੇ। ਮੈਂ ਭਾਜੀ ਸਿੰਗਲ ਹਾਂ, ਅਤੇ ਮੈਂ ਡਿਸਾਈਡ ਕੀਤਾ ਹੀ ਹੋਇਆ ਕਿ ਮੈਂ ਸੈਟਲ ਨਹੀਂ ਹੋਣਾ, ਬਿਕਾਜ਼ ਅਸੀਂ ਸਭ ਜਾਣਦੇ ਹਾਂ ਕਿ ਇੱਕ ਵਾਰੀ ਅਸੀਂ ਅਗਰ ਸ਼ਾਦੀ ਵਗੈਰਾ ਹੋ ਗਈ ਉਹ ਰਿਸਪੋਂਸੀਬਿਲਿਟੀ ਵਿੱਚ ਪੈ ਜਾਂਦੇ ਹੋ ਤੁਸੀਂ, ਫਿਰ ਮੈਂ ਇਹਨਾਂ ਦਾ ਸ਼ਾਇਦ ਨਾ ਵੀ ਦੇਖ ਪਾऊँ, ਅਤੇ ਮੈਂ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਇਹਨਾਂ ਵਾਸਤੇ ਹੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਕੱਲ੍ਹ ਇਨਸਾਨੀ ਰਿਸ਼ਤਿਆਂ ਦੀਆਂ ਤੰਦਾਂ ਇੰਨੀਆਂ ਕੱਚੀਆਂ ਹੋ ਚੁੱਕੀਆਂ ਨੇ ਕਿ ਆਪਣੇ ਹੀ ਆਪਣਿਆਂ ਦਾ ਸਾਥ ਛੱਡ ਜਾਂਦੇ ਨੇ। ਜੇ ਕੋਈ ਭੁੱਖਾ ਮਰ ਰਿਹਾ ਤਾਂ ਉਸ ਨੂੰ ਭੁੱਖਾ ਮਰਦੇ ਨੂੰ ਛੱਡ ਜਾਂਦੇ ਨੇ ਬਜਾਏ ਉਸ ਦੀ ਮਦਦ ਕਰਨ ਦੇ। ਪਰ ਕੁਝ ਲੋਕ ਸਮਾਜ ਦੇ ਵਿੱਚ ਅਜਿਹੇ ਵੀ ਨੇ ਜੋ ਨਾ ਸਿਰਫ ਇਨਸਾਨਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਨੇ ਬਲਕਿ ਬੇਜ਼ੁਬਾਨ ਜਾਨਵਰਾਂ ਦੇ, ਪਕਸ਼ੀਆਂ ਦੀ ਸਹਾਇਤਾ ਦੇ ਲਈ ਹਰ ਸਮੇਂ ਤਿਆਰ ਰਹਿੰਦੇ ਨੇ। ਜਲੰਧਰ ਦੇ ਵਿੱਚ 2 ਭੈਣਾਂ ਅਜਿਹੀ ਹੀ ਸੇਵਾ ਕਰ ਰਹੀਆਂ ਨੇ ਜੋ ਸ਼ਹਿਰ ਦੇ ਵਿੱਚ ਸੜਕਾਂ 'ਤੇ ਘੁੰਮਦੇ ਉਹਨਾਂ ਬੇਜ਼ੁਬਾਨ ਜਾਨਵਰਾਂ ਨੂੰ, ਉਹਨਾਂ ਡੌਗਸ ਨੂੰ ਨਾ ਸਿਰਫ ਖਾਣਾ ਖਵਾਉਂਦੀਆਂ ਨੇ ਬਲਕਿ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਵੀ ਆਪਣੇ ਪੱਲਿਓਂ ਨਿਭਾ ਰਹੀਆਂ ਨੇ। ਸਾਡੇ ਨਾਲ ਡਿੰਪਲ ਮੈਮ ਨੇ, ਗੱਲਬਾਤ ਕਰਦੇ ਹਾਂ। ਮੈਮ, ਅੱਜ ਕੱਲ੍ਹ ਇਨਸਾਨ ਦੀ ਮਦਦ ਕਰਨ ਤੋਂ ਡਰਦਾ ਹੈ, ਪੈਰ ਪਿੱਛੇ ਖਿੱਚ ਲੈਂਦਾ ਹੈ, ਆਪਣਿਆਂ ਤੋਂ ਦੂਰ ਹੋ ਰਹੇ ਨੇ। ਪਰ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਸ਼ਹਿਰ ਦੇ ਜਿੰਨੇ ਸੜਕਾਂ ਦੇ ਉੱਤੇ ਘੁੰਮ ਰਹੇ ਬੇਜ਼ੁਬਾਨ ਨੇ ਉਹਨਾਂ ਦੀ ਮਦਦ ਲਈ ਤੁਸੀਂ ਅੱਗੇ ਆਉਣਾ ਸ਼ੁਰੂ ਕਰ ਦਿੱਤਾ? ਭਾਜੀ ਇਹਦਾ ਮੈਂ ਕ੍ਰੈਡਿਟ ਆਪਣੇ ਫਾਦਰ ਨੂੰ ਦੇਣਾ ਚਾਹੂੰਗੀ ਜੋ ਹੁਣ ਤਾਂ ਇਸ ਦੁਨੀਆ 'ਚ ਨਹੀਂ ਨੇ, ਪਰ ਅਸੀਂ ਸ਼ੁਰੂ ਤੋਂ ਹੀ ਦੇਖਿਆ ਹੈ ਉਹ ਬਹੁਤ ਜ਼ਿਆਦਾ ਕਾਇੰਡ ਹਾਰਟਡ ਅਤੇ ਬਹੁਤ ਹੀ ਹੈਲਪਫੁਲ ਇਨਸਾਨ ਸੀਗੇ। ਅਸੀਂ ਬਚਪਨ ਤੋਂ ਹੀ ਆਪਣੇ ਘਰ ਇਹੀ ਸੰਸਕਾਰ ਪਾਏ ਨੇ ਕਿ ਹਮੇਸ਼ਾ ਕਿਸੇ ਬੇਸਹਾਰਾ ਦਾ ਸਹਾਰਾ ਬਣੋ। ਸੋ ਉਹ ਤੁਸੀਂ ਕਹਿ ਸਕਦੇ ਹੋ ਇੱਕ ਅੰਦਰ ਹੀ ਸ਼ੁਰੂ ਤੋਂ ਇੱਦਾਂ ਦੀ ਅਪਬ੍ਰਿੰਗਿੰਗ ਸੀਗੀ,
ਤਾਂ ਇੱਦਾਂ ਦੀ ਵੈਲਿਊਜ਼ ਦਿੱਤੀਆਂ ਗਈਆਂ ਕਿ ਕਿਸੇ ਵੀ ਮਜਬੂਰ ਨੂੰ ਜ਼ਰੂਰ ਸਪੋਰਟ ਕਰੋ। ਹੁਣ ਕਿਵੇਂ ਚੱਲ ਰਿਹਾ ਹੈ, ਜਿਵੇਂ ਮੈਂ ਕਿਹਾ ਕਿ ਬੇਜ਼ੁਬਾਨ ਡੌਗਸ ਜਿਹੜੇ ਸਟ੍ਰੇ ਡੌਗਸ ਜਿਹੜੇ ਸੜਕਾਂ ਦੇ ਉੱਤੇ ਹੁੰਦੇ ਨੇ ਉਹਨਾਂ ਨੂੰ ਫੀਡਿੰਗ ਵੀ ਕਰਦੇ ਹੋ ਔਰ ਮੈਡੀਕਲੀ ਵੀ ਉਹਨਾਂ ਦੀ ਸਹਾਇਤਾ ਕਰਦੇ ਹੋ, ਕਿਵੇਂ ਇਹ ਸਾਰਾ ਮੈਨੇਜ ਕਰ ਰਹੇ ਹੋ, ਕੀ ਪ੍ਰੋਸੀਜਰ ਰਹਿੰਦਾ ਤੁਹਾਡਾ? ਹਾਂਜੀ, ਮੇਰੀ ਰੂਟੀਨ ਸਵੇਰੇ 7 ਵਜੇ ਸ਼ੁਰੂ ਹੁੰਦੀ ਹੈ। ਮੈਂ 7 ਵਜੇ ਉੱਠ ਕੇ ਪਹਿਲਾਂ ਮੈਂ ਅਤੇ ਮੇਰੀ ਸਿਸਟਰ ਅਸੀਂ ਪਹਿਲਾਂ ਸਫਾਈ ਕਰਕੇ ਡੌਗਸ ਨੂੰ, ਜੋ ਘਰ ਦੇ ਵਿੱਚ 16 ਡੌਗਸ ਹੈ ਉਹਨਾਂ ਨੂੰ ਖਾਣਾ ਪੀਣਾ ਦੇਣਾ, ਅਤੇ ਜੋ ਆਸ-ਪਾਸ ਦੇ ਬਾਹਰ ਡੌਗ ਨੇ ਉਹਨਾਂ ਨੂੰ ਮੈਂ 2 ਟਾਈਮ ਸਵੇਰੇ ਸ਼ਾਮ ਦੇ ਦਿੰਦੀ ਹਾਂ। ਜੋ ਦੂਰ ਏਰੀਆਜ਼ ਹੈ ਉੱਥੇ ਮੈਂ 1 ਟਾਈਮ ਜਾ ਕੇ ਦਿੰਦੀ ਹਾਂ। ਫਿਰ ਸਾਰਾ ਇਹਨਾਂ ਦਾ ਘਰ ਮੈਨੇਜ ਕਰਕੇ ਫਿਰ ਅਸੀਂ ਦੇਖਦੇ ਹਾਂ ਕਿ ਇੰਜਰਡ ਜਿਹੜਾ ਡੌਗਸ, ਜਿੱਦਾਂ ਮੋਸਟਲੀ ਕੋਈ ਨਾ ਕੋਈ ਇੰਜਰਡ ਡੌਗ ਦਿਖ ਹੀ ਜਾਂਦਾ ਜਦੋਂ ਅਸੀਂ ਰਾਤ ਨੂੰ ਫੀਡਿੰਗ ਕਰਨ ਜਾਂਦੇ ਹਾਂ, ਸਾਨੂੰ ਪਤਾ ਚੱਲ ਜਾਂਦਾ ਕਿ ਇਹ ਇੰਜਰਡ ਹੋਇਆ ਹੈ। ਅਤੇ ਫਿਰ ਉਸ ਤੋਂ ਬਾਅਦ ਮੈਂ ਤਿਆਰ ਹੋ ਕੇ ਉਹਨੂੰ ਪਿਕ ਕਰਕੇ ਕਲੀਨਿਕ ਲੈ ਕੇ ਜਾਂਦੀ ਹਾਂ ਅਤੇ ਟਰੀਟਮੈਂਟ ਵਗੈਰਾ ਕਰਵਾ ਕੇ ਉਹਨੂੰ ਵਾਪਸ ਉਹਦੀ ਜਗ੍ਹਾ 'ਤੇ ਛੱਡਣਾ। ਅਤੇ ਅਗਰ ਉਹਨੂੰ ਜ਼ਰੂਰਤ ਹੈ ਕਿ ਘਰ ਵਿੱਚ ਰੱਖਣਾ ਜਾਏ ਥੋੜ੍ਹੇ ਦਿਨ, ਫਿਰ ਉਹਨੂੰ ਘਰ ਰੱਖ ਕੇ ਉਹਨੂੰ ਠੀਕ ਕਰਵਾ ਕੇ ਫਿਰ ਅਸੀਂ ਉਹਨੂੰ ਬਾਹਰ ਛੱਡ ਦਿੰਦੇ ਹਾਂ। ਅਤੇ ਇਸ ਤਰ੍ਹਾਂ ਫਿਰ ਅੱਧੇ ਤੋਂ ਜ਼ਿਆਦਾ ਦਿਨ ਇਹੀ ਕੰਮ 'ਚ ਨਿਕਲ ਜਾਂਦਾ ਹੈ। ਫਿਰ ਈਵਨਿੰਗ ਵਿੱਚ ਫਿਰ ਇਹਨਾਂ ਦੇ ਸ਼ਾਮ ਦੇ ਖਾਣੇ ਦੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਫਿਰ ਇਸ ਤਰ੍ਹਾਂ। ਕਿਵੇਂ ਫਿਰ ਖਾਣਾ ਵੀ ਆਪ ਤਿਆਰ ਕਰਦੇ ਹੋ ਜਾਂ ਕਿ ਕਿਸ ਤਰੀਕੇ ਦੇ ਨਾਲ ਫਿਰ ਉਹ ਸਾਰਾ ਤਿਆਰੀ ਹੁੰਦੀ ਹੈ? ਕਿੰਨੇ ਕੁ ਡੌਗਸ ਹੋਣਗੇ ਸ਼ਹਿਰ ਦੇ ਵਿੱਚ, ਜੇ ਨੰਬਰਸ ਦੀ ਗੱਲ ਕੀਤੀ ਜਾਵੇ ਤਾਂ? ਭਾਜੀ ਸ਼ੁਰੂ ਮੈਂ ਕੀਤੀ ਸੀ 70 to 80 ਡੌਗਸ ਨੂੰ ਫੀਡ ਕਰਨ ਤੋਂ। ਆਹਿਸਤਾ ਟਾਈਮ ਦੇ ਨਾਲ ਇਨਕਰੀਜ਼ ਹੁੰਦਾ ਗਿਆ ਨੰਬਰ। ਜਦ ਲੋਕਡਾਊਨ ਦਾ ਟਾਈਮ ਆਇਆ ਅਤੇ ਮੈਨੂੰ ਆਈਡੀਆ ਹੋਇਆ ਕਿ ਬੜੇ ਏਰੀਆਜ਼ ਵਿੱਚ ਡੌਗਸ ਨੂੰ ਖਾਣਾ ਹੀ ਨਹੀਂ ਮਿਲ ਰਿਹਾ, ਅਤੇ ਇਨਫੈਕਟ ਭੁੱਖ ਨਾਲ ਵੀ ਮਰੇ ਸੀਗੇ ਕਈ ਏਰੀਆਜ਼ ਵਿੱਚ ਡੌਗਸ। ਅਤੇ ਇਹ ਸੁਣ ਕੇ ਬਹੁਤ ਜ਼ਿਆਦਾ ਬੁਰਾ ਲੱਗਿਆ, ਅਤੇ ਮੈਂ ਡਿਸਾਈਡ ਕੀਤਾ, ਮੇਰੇ ਨਾਲ 1-2 ਹੋਰ ਵੋਲੰਟੀਅਰ ਸੀਗੇ, ਅਸੀਂ ਮਿਲ ਕੇ 500 ਡੌਗਸ ਨੂੰ ਡੇਲੀ ਫੀਡ ਕਰਦੇ ਸੀਗੇ। ਅਤੇ ਬਹੁਤ ਜ਼ਿਆਦਾ ਏਰੀਆਜ਼ ਵਿੱਚ ਜਾ ਕੇ ਅਲੱਗ-ਅਲੱਗ ਜਿੱਦਾਂ ਬਲਟਨ ਪਾਰਕ, ਦਾਣਾ ਮੰਡੀ, ਕਪੂਰਥਲਾ ਚੌਂਕ, ਬਹੁਤ ਏਰੀਆਜ਼ ਵਿੱਚ ਜਾ ਰਹੇ ਸੀਗੇ ਅਤੇ ਜਾ ਕੇ ਫੀਡ ਕਰਕੇ ਆਉਂਦੇ ਸੀਗੇ। ਫਿਰ ਜਿੱਦਾਂ ਹੀ ਲੋਕਡਾਊਨ ਖੁੱਲ੍ਹਿਆ ਅਤੇ ਆਸ-ਪਾਸ ਦੱਸਿਆ ਲੋਕਾਂ ਨੇ, ਹੁਣ ਇਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ। ਫਿਰ ਮੈਂ ਸਿਰਫ ਹੁਣ ਉਹ ਵਾਲੇ ਏਰੀਆਜ਼ ਵਿੱਚ ਜਾ ਰਹੀ ਜਿੱਥੇ ਮੈਨੂੰ ਆਈਡੀਆ ਕਿ ਜ਼ਿਆਦਾ ਖਾਣਾ ਨਹੀਂ ਇਹਨਾਂ ਨੂੰ ਮਿਲ ਰਿਹਾ, ਅਤੇ ਤਕਰੀਬਨ 250 ਡੌਗਸ ਨੂੰ ਇਸ ਟਾਈਮ ਮੈਂ ਫੀਡ ਕਰਦੀ ਹਾਂ। ਅਤੇ ਫਿਰ ਉਹ ਕਿਵੇਂ ਖਾਣਾ ਤਿਆਰ ਕਰਦੇ ਹੋ, ਕਿਵੇਂ ਮੈਨੇਜ ਕਰਦੇ ਹੋ ਸਾਰਾ? ਹਾਂਜੀ, ਜੋ ਮੇਰੇ ਘਰ ਦੇ ਵਿੱਚ 16 ਡੌਗਸ ਹੈ ਉਹਨਾਂ ਦਾ ਤਾਂ ਘਰ ਹੀ ਖਾਣਾ ਪ੍ਰਿਪੇਅਰ ਹੁੰਦਾ ਹੈ, ਲੇਕਿਨ ਓਬਵੀਅਸਲੀ 250 ਡੌਗਸ ਦਾ ਰੋਜ਼ ਖਾਣਾ ਬਣਾਉਣਾ ਬਹੁਤ ਮੁਸ਼ਕਿਲ ਹੈ, ਅਤੇ ਇਸ ਕਰਕੇ ਉਹ ਮੈਂ ਤਕਰੀਬਨ ਸਭ ਕੁਛ ਰੈਡੀਮੇਡ ਹੀ ਲੈ ਲੈਂਦੀ ਹਾਂ, ਜਿੱਦਾਂ ਬਣੀ ਬਣਾਈ ਚਪਾਤੀਆਂ, ਬੰਸ, ਦੁੱਧ ਅਤੇ ਅੰਡੇ ਫਿਰ ਮੈਂ ਬਸ ਬੋਇਲ ਕਰ ਲੈਂਦੀ ਹਾਂ ਘਰ। ਹਾਂਜੀ। ਕਿੰਨੇ ਕੁ ਫਿਰ ਐਗਸ, ਕਿੰਨੇ ਕੁ ਡੇਲੀ ਅੰਡੇ ਕਿੰਨੇ ਕੁ ਬੋਇਲ ਕਰਨੇ ਪੈਂਦੇ ਨੇ? ਕਿਉਂਕਿ ਜਿਵੇਂ 250 ਡੌਗਸ ਨੇ, ਉਹ 16-17 ਘਰੇ ਵੀ ਹੈਗੇ ਨੇ, ਤਾਂ ਕਿੰਨੀ ਕੁ ਖਾਣਾ, ਕਿੰਨੇ ਕੁ? ਹਾਂਜੀ, ਜੋ ਘਰ ਦੇ ਜੋ ਡੌਗਸ ਹੈ ਨਾ, ਉਹਨਾਂ ਦੀ ਨਹੀਂ ਮੈਂ ਇਹਦੇ 'ਚ ਐਡ ਕਰ ਰਹੀ, ਉਹਨਾਂ ਦਾ ਤਾਂ ਬਣਦਾ ਹੀ ਹੈ ਘਰ ਵਿੱਚ, ਹੈ ਨਾ। ਇਹ ਪਰਟੀਕੂਲਰਲੀ ਬਾਹਰ ਦੇ ਜੋ ਡੌਗਸ ਹੈ ਉਹਨਾਂ ਦਾ ਮੈਂ ਗੱਲ ਕਰ ਰਹੀ ਹਾਂ, ਉਹਨਾਂ ਦਾ ਸਭ ਰੈਡੀਮੇਡ ਹੀ ਆਉਂਦਾ। ਫਿਰ ਕਿੰਨੇ ਕੁ, ਜਿਵੇਂ ਹੁਣ 250 ਬਾਹਰ ਵਾਲੇ ਨੇ, ਉਹਨਾਂ ਨੂੰ ਕਿੰਨੇ ਕੁ ਨੂੰ ਫਿਰ ਐਗਸ ਕਿੰਨੇ ਕੁ ਡੇਲੀ ਰੂਟੀਨ ਦੇ ਵਿੱਚ ਆਉਂਦੇ ਨੇ? ਦੇਖੋ, ਮੈਂ ਝੂਠ ਨਹੀਂ ਬੋਲੂੰਗੀ ਕਿਉਂਕਿ ਮੇਰਾ ਬਜਟ ਵੀ ਸਭ ਕੁਝ ਹੀ ਦੇਖਣਾ ਹੁੰਦਾ ਹੈ ਨਾ, ਅਤੇ 40 to 50 ਐਗਸ ਹੁੰਦੇ ਮੇਰੇ ਕੋਲ ਇੱਕ ਦਿਨ 'ਚ। ਅਤੇ ਪਹਿਲਾਂ ਮੈਂ ਉਹਨਾਂ ਨੂੰ ਜ਼ਿਆਦਾ ਦਿੰਦੀ ਹਾਂ ਜੋ ਥੋੜ੍ਹੇ ਵੀਕ ਨੇ, ਬਿਮਾਰ ਚੱਲ ਰਹੇ ਨੇ, ਜਾਂ ਨਿਊ ਮਦਰਸ ਨੇ, ਜਾਂ ਫਿਰ ਜਿਨ੍ਹਾਂ ਨੂੰ ਕੋਈ ਆਲਰੇਡੀ ਮੈਡੀਸਨ ਚੱਲ ਰਹੀ ਹੈ, ਉਹਨਾਂ ਨੂੰ ਜ਼ਿਆਦਾ ਦਿੰਦੀ ਹਾਂ। ਅਤੇ ਇੱਕ ਵਾਰੀ ਇੱਕ ਦਿਨ ਇੱਕ ਏਰੀਆ ਵਿੱਚ ਜ਼ਿਆਦਾ ਦੇਤਾ, ਨੈਕਸਟ ਡੇ ਦੂਸਰੇ ਏਰੀਆ 'ਚ, ਇੱਦਾਂ ਵੰਡ ਕੇ। ਸਾਰਿਆਂ ਦੀ ਰੂਟੀਨ ਵਾਈਜ਼ ਤੁਸੀਂ ਡਾਈਟ ਦੇ ਹਿਸਾਬ ਨਾਲ ਜਿੱਥੇ ਜ਼ਰੂਰਤ ਹੈਗੀ ਉੱਥੇ ਦੇ ਰਹੇ ਹੋ? ਉੱਥੇ, ਹਾਂਜੀ, ਬਿਲਕੁਲ। ਤਾਂ ਫਿਰ ਜਿਵੇਂ ਖਰਚਾ ਤਾਂ ਫਿਰ ਡੇਲੀ ਦਾ ਆਉਂਦਾ ਹੋਊਗਾ, ਫਿਰ ਉਹ ਕੋਈ ਮਦਦ ਵੀ ਕਰਦਾ ਜਾਂ ਕਿਵੇਂ ਕੋਲੋਂ ਕਰਦੇ ਹੋ ਖਰਚ? ਕਿੰਨਾ ਕੁ ਖਰਚਾ ਆ ਜਾਂਦਾ ਫਿਰ? ਭਾਜੀ ਜ਼ਿਆਦਾਤਰ ਤਾਂ ਖਰਚਾ ਅਸੀਂ ਸਾਰਾ ਹੀ ਆਪਣੀ ਪੋਕਟ ਤੋਂ ਹੀ ਕਰ ਰਹੇ ਹਾਂ। ਇਹ ਹੈਗਾ ਕਿ ਕਦੀ ਕੋਈ ਹੈਲਪ ਕਰ ਦਿੰਦਾ, ਜਿੱਦਾਂ ਫਰੈਂਡ ਸਰਕਲ 'ਚ ਕਿਸੇ ਦਾ ਕੁਝ ਜਨਮ ਦਿਨ ਹੈ, ਜਾਂ ਕਦੇ ਕਿਸੇ ਨੇ ਕੁਝ ਸੋਚਿਆ ਕਿ ਅੱਜ ਅਸੀਂ ਕੁਝ ਦੇਣਾ ਹੈ, ਅਤੇ ਉਹ ਫਿਰ ਕਹਿ ਦਿੰਦੇ ਕਿ ਅੱਜ ਦਾ ਫੂਡ ਸਾਡੇ ਵੱਲੋਂ, ਜਾਂ 500 ਰੁਪੀਜ਼ ਦੇ ਦਿੱਤੇ ਉਹਨਾਂ ਨੇ ਕਿਹਾ ਸਾਡੇ ਵੱਲੋਂ ਅੱਜ ਦਾ ਦੁੱਧ ਲੈ ਲਓ। ਉਹ ਤਾਂ ਕਦੇ ਕਦਾਏ ਹੋ ਜਾਂਦਾ, ਬਟ ਜਿਹੜੀ ਰਿਸਪੌਂਸਿਬਿਲਟੀ ਵਾਲੀ ਗੱਲ ਆਉਂਦੀ ਉਹ ਤਾਂ ਡੇਲੀ ਤੁਹਾਡੇ ਦੇ ਉੱਤੇ ਹੀ ਹੈ। ਫਿਰ ਉਹਦੇ ਵਿੱਚ ਕਿੰਨਾ ਕੁ ਖਰਚਾ ਆਉਂਦਾ ਡੇਲੀ?
ਹਾਂਜੀ ਪਰ ਡੇ ਦਾ 1300 ਤੋਂ ਲੈ ਕੇ 1500 ਫੂਡ ਦਾ ਖਰਚਾ ਆਉਂਦਾ ਡੇਲੀ ਦਾ, ਤੇ ਜੋ ਮੈਡੀਕਲ ਐਕਸਪੈਂਸਸ ਨੇ ਉਹ ਅਲੱਗ ਨੇ। ਹਾਂਜੀ ਤਾਂ ਫਿਰ ਉਹ ਲਗਭਗ ਜੇ ਕੁੱਲ ਦੇਖਿਆ ਜਾਵੇ ਤਾਂ 50 ਤੋਂ 60 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ ਹੋਊਗਾ ਹਰ ਮਹੀਨੇ। ਹਾਂਜੀ ਤਕਰੀਬਨ ਆ ਹੀ ਜਾਂਦਾ 50,000 ਦੇ ਕੋਲ। ਹੁਣ ਜਿੱਦਾਂ ਮੈਡੀਕਲ ਐਕਸਪੈਂਸਸ, ਜਿੱਦਾਂ ਮੈਨੂੰ ਤੁਹਾਨੂੰ ਕਿਹਾ ਕਿ ਉਹ ਡਿਪੈਂਡ ਕਰਦਾ ਹੈ। ਹੁਣ ਜਿੱਦਾਂ ਬਾਰਿਸ਼ਾਂ ਵਿੱਚ ਇਸ ਸੀਜ਼ਨ 'ਚ ਡੌਗਸ ਬਹੁਤ ਬਿਮਾਰ ਪੈ ਰਹੇ ਨੇ, ਅਤੇ ਅਸੀਂ ਤਕਰੀਬਨ 20 ਤੋਂ 25 ਦਿਨ ਮੰਥ ਦੇ ਤੁਹਾਨੂੰ ਕਲੀਨਿਕ ਵਿੱਚ ਮਿਲਾਂਗੇ। ਤਕਰੀਬਨ ਰੋਜ਼ ਹੀ ਜਾਣਾ ਪੈਂਦਾ, ਕੋਈ ਨਾ ਕੋਈ ਡੌਗ ਮਿਲ ਜਾਂਦਾ। ਕੁਛ ਇੱਦਾਂ ਦਾ ਵੀ ਮੌਸਮ ਆਉਂਦਾ ਹੈ ਭਗਵਾਨ ਦੀ ਕਿਰਪਾ ਨਾਲ, ਜਦ ਸਭ ਹੈਲਦੀ ਦਿਖ ਰਹੇ ਹੁੰਦੇ ਆ ਤਾਂ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਬਾਕੀ ਵੈਕਸੀਨੇਸ਼ਨ, ਇਹਨਾਂ ਦੇ ਇੰਜੈਕਸ਼ਨਸ ਲਗਵਾਉਣਾ, ਐਂਟੀ ਰੇਬੀਜ਼ ਅਤੇ ਪੱਪੀਜ਼ ਨੂੰ 7 in 1 ਜਾਂ ਹੋਰ ਕੋਈ ਇੰਜੈਕਸ਼ਨਸ ਦੀ ਲੋੜ ਹੈ ਜਿੱਥੇ ਵੀ, ਉਹ ਟਾਈਮ ਟੂ ਟਾਈਮ ਇੰਜੈਕਸ਼ਨਸ ਵਗੈਰਾ ਵੀ ਲਗਵਾਉਣ। ਜਿਵੇਂ ਹੁਣ ਤੁਸੀਂ ਦੱਸਿਆ ਵੀ ਘਰੇ 16 ਡੌਗਸ ਹੈਗੇ ਨੇ, ਜਦੋਂ ਉਹਨਾਂ ਨੂੰ ਫਿਰ ਕੋਈ ਜਦੋਂ ਆਪਾਂ ਸੜਕ ਤੋਂ ਲੈ ਕੇ ਆਵਾਂਗੇ ਤੇ ਜ਼ਾਹਰ ਜੀ ਗੱਲ ਹੈ ਉਹਨਾਂ ਨੂੰ ਮੈਡੀਕਲੀ ਜਾਂ ਜਿਵੇਂ ਕੋਈ ਵੈਕਸੀਨੇਸ਼ਨ ਹੈਗੀ ਹੈ ਉਹ ਨਹੀਂ ਲੱਗੀ ਹੋਊਗੀ, ਫਿਰ ਉਹਨੂੰ ਲਿਆਉਣ ਦਾ ਫੈਸਲਾ ਕਿਵੇਂ ਹੁੰਦਾ ਹੈ? ਫਿਰ ਉਹਦੇ ਵਾਸਤੇ ਪਹਿਲਾਂ ਕਲੀਨਿਕ ਲੈ ਕੇ ਜਾਂਦੇ ਹੋ ਜਾਂ ਕਿਸ ਤਰੀਕੇ ਨਾਲ ਫਿਰ ਘਰੇ ਲੈ ਕੇ ਆਉਂਦੇ? ਕਿਉਂਕਿ ਇਹਦੇ ਵਿੱਚ ਥੋੜ੍ਹਾ ਰਿਸਕ ਵੀ ਤਾਂ ਹੁੰਦਾ ਹੈ। ਹਾਂਜੀ ਇਸ ਤਰ੍ਹਾਂ ਕਿ ਉਸ ਟਾਈਮ 'ਤੇ ਜਿਸ ਕੰਡੀਸ਼ਨ 'ਚੋਂ ਮੈਨੂੰ ਮਿਲਦੇ ਆ ਮੈਂ ਇਮੀਡੀਏਟਲੀ ਘਰ ਲੈ ਕੇ ਆਉਂਦੀ ਹਾਂ। ਫਿਰ ਜਿੱਦਾਂ ਮੈਂ ਰਾਤ ਨੂੰ ਫੀਡਿੰਗ ਕਰਨੀ, ਅਗਰ ਮੈਨੂੰ ਇੱਦਾਂ ਕੰਡੀਸ਼ਨ 'ਚ ਮਿਲੇ ਮੈਂ ਲੈ ਆਉਂਦੀ ਹਾਂ। ਫਿਰ ਮੈਂ ਨੈਕਸਟ ਡੇ ਜਾ ਕੇ ਉਹਨੂੰ ਕਲੀਨਿਕ ਦਿਖਾ ਕੇ ਫਿਰ ਜੋ ਵੀ ਉਹਦੀ ਹੈ ਪ੍ਰੋਬਲਮ ਉਹਦੇ ਅਕੋਰਡਿੰਗਲੀ ਉਹਦੀ ਟਰੀਟਮੈਂਟ ਕਰਵਾਉਣਾ। ਅਤੇ ਅਗਰ ਜਿੱਦਾਂ ਕਈ ਵਾਰੀ ਸਾਨੂੰ ਅਬੈਂਡਨਡ ਜਾਂ ਗੁੰਮੇ ਹੋਏ ਛੋਟੇ ਪੱਪੀਜ਼ ਮਿਲਦੇ ਆ ਜਿਨ੍ਹਾਂ ਦੇ ਮਾਂ ਨਹੀਂ ਹੈ ਕੋਲ ਜਾਂ ਕੋਈ ਨਹੀਂ ਹੈ, ਅਤੇ ਉਹਨਾਂ ਨੂੰ ਫਿਰ ਜਾ ਕੇ ਨੈਕਸਟ ਡੇ ਵੈਕਸੀਨੇਸ਼ਨ ਕਰਵਾ ਕੇ ਅਤੇ ਫਿਰ ਜੋ ਵੀ ਉਹਨਾਂ ਦੀ ਮਤਲਬ ਜ਼ਰੂਰਤ ਹੈ ਉਹ ਸਭ ਦੇਖ ਕੇ। ਮੈਡੀਕਲੀ ਜਦੋਂ ਤੁਸੀਂ ਦੱਸਦੇ ਹੋ ਵੀ ਡੇਲੀ ਜਾਣਾ ਪੈਂਦਾ ਹੈ ਤੁਹਾਨੂੰ, ਸਭ ਤੋਂ ਪਹਿਲਾਂ ਖਾਣੇ ਵਾਲੇ ਸਵਾਲ 'ਤੇ ਆਉਣਾ, ਇਹ ਹਰ ਰੋਜ਼ ਫਿਰ ਤਾਂ ਤੁਹਾਡੀ ਇੰਨੀ ਪਹਿਚਾਣ ਹੋਊਗੀ ਇਹਨਾਂ ਨੂੰ ਵੀ, ਜਾਂ ਤੁਸੀਂ ਜਿਸ ਏਰੀਆ ਦੇ ਵਿੱਚ ਜਾਂਦੇ ਹੋ ਤਾਂ ਇਹ ਤਾਂ ਫਿਰ ਬੜੀ ਵੇਟ ਕਰਦੇ ਹੋਣਗੇ ਤੁਹਾਡੀ ਸ਼ਾਮ ਨੂੰ। ਬਿਲਕੁਲ ਬਿਲਕੁਲ। ਦੇਖੋ ਰੋਟੀ ਇੱਕ ਐਸੀ ਚੀਜ਼ ਹੈ ਜੀ ਸਭ ਦੀ ਨੀਡ ਹੈ, ਜਿਹਦੇ 'ਚ ਵੀ ਜਾਣ ਹੈ ਉਹਨੂੰ ਸਭ ਨੂੰ ਭੁੱਖ ਲੱਗਦੀ ਹੈ। ਅਤੇ ਪਤਾ ਨਹੀਂ ਕਿਉਂ ਅੱਜ ਇਨਸਾਨ, ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਬਹੁਤ ਸੈਲਫਿਸ਼ ਨੇ ਅਤੇ ਸਿਰਫ ਆਪਣਾ ਮੈਂ ਵਿੱਚ ਜੀ ਰਹੇ ਨੇ। ਇਹ ਰਿਅਲਾਈਜ਼ ਵੀ ਨਹੀਂ ਕਰ ਰਹੇ ਕਿ ਜੋ ਆਸ-ਪਾਸ ਇਹ ਜੀ ਰਹੇ ਨੇ ਐਨੀਮਲਸ, ਇਹ ਵੀ ਭਗਵਾਨ ਦੇ ਬਣਾਏ ਹੋਏ ਨੇ ਅਤੇ ਇਹਨਾਂ ਨੂੰ ਵੀ ਭੁੱਖ ਲੱਗਦੀ ਹੈ। ਅਤੇ ਇਨਫੈਕਟ ਹਰ ਇਨਸਾਨ ਦੀ ਡਿਊਟੀ ਹੈ ਕਿ ਇਹਨਾਂ ਨੂੰ ਫੀਡ ਕਰਨਾ। ਰੱਬ ਨੇ ਸਾਡੇ ਹਵਾਲੇ ਕੀਤੇ ਨੇ ਨਾ, ਸਾਡੀ ਡਿਊਟੀ ਹੈ, ਬਟ ਬਹੁਤ ਘੱਟ ਲੋਕ ਰਿਅਲਾਈਜ਼ ਕਰਦੇ ਨੇ। ਅਤੇ ਹਾਂਜੀ ਨੈਚੁਰਲੀ ਜੋ ਉਹਨਾਂ ਨੂੰ ਰੋਟੀ ਦੇਗਾ ਉਹ ਵਿਚਾਰੇ ਉਹਦਾ ਵੇਟ ਕਰਦੇ ਨੇ ਕਿ ਉਹਨਾਂ ਨੂੰ ਪੇਟ ਭਰਨ ਕੋਈ ਆ ਰਿਹਾ, ਅਤੇ ਮੈਂ ਜਾਂਦੀ ਹਾਂ ਫਿਰ ਉਹ ਖੂਬ ਡਾਂਸ ਵੀ ਕਰਦੇ ਨੇ, ਕੁੱਦਦੇ ਨੇ, ਬਹੁਤ ਐਕਸਾਈਟਿਡ ਹੁੰਦੇ ਨੇ ਦੇਖ ਕੇ। ਦੁੱਧ ਦੀ ਵੀ ਤੁਸੀਂ ਗੱਲ ਕਰਦੇ ਸੀ, ਫਿਰ ਕਿੰਨਾ ਡੇਲੀ ਦੁੱਧ ਲੈ ਕੇ ਆਉਂਦੇ ਹੋ ਫਿਰ? ਭਾਜੀ 10 ਕਿਲੋ ਦੁੱਧ ਮੈਂ ਲੈ ਰਹੀ ਹਾਂ ਡੇਲੀ, ਅਤੇ ਥੋੜ੍ਹਾ ਜਿਹਾ ਇਹਦੇ 'ਚ ਪਾਣੀ ਵਗੈਰਾ ਐਡ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਪਿਓਰ ਨਹੀਂ ਦੇਈਦਾ, ਇਹਨਾਂ ਦੀ ਸਟਮਕ ਵਗੈਰਾ ਅਪਸੈਟ ਹੋ ਜਾਂਦੀ ਹੈ। ਪਾਣੀ ਵਗੈਰਾ ਵੀ ਐਡ ਥੋੜ੍ਹਾ ਕਰ ਲੈਂਦੇ ਅਤੇ ਅਰਾਊਂਡ 13-14 ਕਿਲੋ ਬਣ ਜਾਂਦਾ ਉਹਨਾਂ। ਅਤੇ ਜਿਵੇਂ ਹੁਣ ਘਰੇ ਵੀ ਇੱਥੇ ਹੈਗੇ ਨੇ ਹੈ ਨਾ 16, ਤਾਂ ਫਿਰ ਜਿਵੇਂ ਇਹ ਬੋਲਦੇ ਨੇ ਜਾਂ ਇਹਨਾਂ ਦੀ ਆਵਾਜ਼, ਤੁਹਾਡੇ ਨੇਬਰਸ ਦੀ ਕਿਸ ਤਰੀਕੇ ਦਾ ਰਿਐਕਸ਼ਨ ਰਹਿੰਦਾ ਇਸ ਚੀਜ਼ ਨੂੰ ਲੈ ਕੇ? ਨੇਬਰਸ ਦਾ ਕੋਈ ਇੱਦਾਂ ਕੋਈ ਖਾਸ ਕੁਛ ਹੈ ਨਹੀਂ ਹੈ, ਰਿਐਕਸ਼ਨ ਵਗੈਰਾ ਸਭ ਨੋਰਮਲ ਹੀ ਨੇ। ਬਿਕਾਜ਼ ਉਹਨਾਂ ਨੂੰ ਵੀ ਪਤਾ ਹੈ ਕਿ ਜਿੰਨਾ ਮੈਂ ਕਰ ਰਹੀ ਹਾਂ ਸਮਾਜ ਵਿੱਚ ਉਹਨਾਂ ਦਾ ਵੀ ਬੈਨੀਫਿਟਸ ਹੈ। ਕਿਉਂਕਿ ਦੇਖੋ ਅੱਜ ਅਗਰ ਮੇਰੇ ਘਰ ਦੇ ਬਾਹਰ ਗਲੀ ਵਿੱਚ 5 ਡੌਗ ਹੈ ਅਤੇ ਅੱਜ ਤੱਕ ਉਹ 5 ਹੀ ਨੇ। ਮੈਂ ਸਭ ਨੂੰ ਆਪਣੇ ਖਰਚੇ ਦੇ ਨਾਲ ਸਭ ਦੀ ਸਰਜਰੀਜ਼ ਵੀ ਕਰਵਾਈਆਂ ਤਾਂ ਕਿ ਉਹਨਾਂ ਦਾ ਨੰਬਰ ਨਾ ਵਧੇ, ਅਤੇ ਹਰ ਸਾਲ ਉਹਨਾਂ ਦੀ ਵੈਕਸੀਨੇਸ਼ਨ ਮੈਂ ਆਪਣੇ ਖਰਚੇ ਤੋਂ ਕਰਵਾ ਰਹੀ ਹਾਂ, ਜੋ ਕਿ ਉਹਦਾ ਬੈਨੀਫਿਟ ਸਭ ਨੂੰ ਹੀ ਹੈ। ਜਿੰਨੇ ਲਿਮਿਟਡ ਡੌਗਸ ਹੋਣਗੇ ਉਹਨਾਂ ਨੂੰ ਵੀ ਨਹੀਂ ਪਰੇਸ਼ਾਨੀ ਹੋਏਗੀ, ਨਹੀਂ ਤਾਂ ਲੋਕ ਜ਼ਿਆਦਾ ਇਰੀਟੇਟਡ ਰਹਿੰਦੇ ਨਾ ਕਿ ਡੌਗਸ ਬਹੁਤ ਹੋ ਗਏ ਨੇ, ਅਤੇ ਵੈਕਸੀਨੇਟਡ ਹੈ ਉਹਨਾਂ ਦੀ ਸੇਫਟੀ ਹੈ, ਅਤੇ ਉਹ ਇਨਫੈਕਟ ਮੈਨੂੰ ਲੱਗਦਾ ਉਹਨਾਂ ਨੂੰ ਥੈਂਕਫੁਲ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਅੱਛਾ ਜਿਵੇਂ ਹੁਣ ਇੱਕ ਤਾਂ ਰੂਟੀਨ ਹੈ, ਜਦੋਂ ਪਤਾ ਸਾਨੂੰ ਵੀ ਖਾਣਾ ਦੇਣਾ ਹੀ ਦੇਣਾ ਹੈ, ਫਿਰ ਤਾਂ ਤੁਹਾਨੂੰ ਸਮਾਜਿਕ ਤੌਰ ਦੇ ਉੱਤੇ ਜਿਵੇਂ ਆਪਾਂ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ ਜਾਂ ਰਿਲੇਟਿਵਸ ਦੇ ਜਾਣਾ ਜਾਂ ਕੋਈ ਫੰਕਸ਼ਨ ਆ ਗਿਆ ਉੱਥੇ ਜਾਣਾ, ਫਿਰ ਉਹ ਕਿਵੇਂ ਮੈਨੇਜ ਕਰਦੇ ਹੋ ਤੁਸੀਂ, ਜਾਂ ਆਪਣੇ ਘਰ ਦੀ ਰੂਟੀਨ ਡੇਲੀ ਕਿਵੇਂ ਮੈਨੇਜ ਹੁੰਦੀ ਹੈ? ਮੈਂ ਹੁਣ 6-6.5 ਸਾਲ ਤੋਂ ਕੋਈ ਫੰਕਸ਼ਨਸ ਜਾਂ ਰਿਲੇਟਿਵਸ ਦੇ ਘਰ ਆਉਣਾ ਜਾਣਾ ਤਕਰੀਬਨ ਮੇਰਾ ਖ਼ਤਮ ਹੀ ਹੈ। ਬਹੁਤ ਰੇਅਰ ਜਾਂ ਬਹੁਤ ਐਮਰਜੈਂਸੀ ਵਿੱਚ ਮੈਂ ਥੋੜ੍ਹੀ ਦੇਰ ਹੀ ਜਾ ਪਾਉਂਦੀ ਹਾਂ, ਵੈਸੇ ਤਾਂ ਮੈਂ ਨਹੀਂ ਜਾਂਦੀ, ਬਾਕੀ ਕੋਈ ਨਾ ਕੋਈ ਘਰ ਦਾ ਮੈਂਬਰ ਹੋ ਜਾਂਦਾ।
ਕਿਉਂਕਿ ਮੈਨੂੰ ਇਹ ਮੇਰੀ ਰਿਸਪੌਂਸਿਬਿਲਿਟੀ ਨੇ ਹੁਣ, ਤੇ ਇਹ ਮੇਰੇ ਬੱਚਿਆਂ ਦੀ ਤਰ੍ਹਾਂ ਹੈ ਮੈਨੂੰ ਪਿਆਰੇ, ਤੇ ਮੈਨੂੰ ਹਰ ਟਾਈਮ ਇਹਨਾਂ ਦੇ ਵਿੱਚ ਹੀ ਧਿਆਨ ਹੁੰਦਾ, ਇਸ ਕਰਕੇ। ਤਾਂ ਫਿਰ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਆਉਣੇ ਨਹੀਂ ਤੁਸੀਂ, ਸਾਰਾ ਟਾਈਮ ਇੱਧਰ ਹੀ ਦੇ ਦਿੰਦੇ ਹੋ ਤੁਸੀਂ, ਵਿਚਰਦੇ ਹੀ ਨਹੀਂ ਸਾਡੇ ਨਾਲ, ਮਿਲਦੇ ਹੀ ਨਹੀਂ? ਹਾਂਜੀ, ਹੁੰਦੀ ਹੈ ਕਿ ਬੜੀ ਨਾਰਾਜ਼ਗੀਆਂ, ਮੇਰੀ ਕਜ਼ਨਸ ਵਗੈਰਾ ਵੀ ਕਹਿੰਦੀ ਹੈ ਕਿ ਤੂੰ ਸਾਡੇ ਵਾਸਤੇ ਟਾਈਮ ਨਹੀਂ ਹੁਣ ਕਰਦੀ, ਪਰ ਉਹ ਦੂਸਰੀ ਸਾਈਡ 'ਤੇ ਅੰਡਰਸਟੈਂਡ ਵੀ ਕਰਦੀ ਹੈ, ਉਹ ਮੈਨੂੰ ਇਨਕਰੇਜ ਵੀ ਕਰਦੇ ਨੇ ਕਿ ਜੋ ਤੂੰ ਕੰਮ ਕਰ ਰਹੀ ਹੈ ਉਹ ਬਹੁਤ ਅੱਛਾ ਹੈ ਅਤੇ ਕੰਟੀਨਿਊ ਕਰ, ਇਸ ਕਰਕੇ ਉਹ ਸਭ ਅੰਡਰਸਟੈਂਡ ਕਰਦੇ ਨੇ। ਇੱਕ ਸਵਾਲ, ਨਿੱਜੀ ਜਿਹਾ ਸਵਾਲ ਹੈ, ਸ਼ਾਇਦ ਤੁਸੀਂ ਬੁਰਾ ਨਾ ਮੰਨਿਓ, ਮੈਰਿਡ ਲਾਈਫ ਦਾ ਕਿਵੇਂ ਆ, ਉਸ ਪਾਰਟ ਨੂੰ ਫਿਰ ਕਿਵੇਂ? ਮੈਂ ਭਾਜੀ ਸਿੰਗਲ ਹਾਂ, ਅਤੇ ਮੈਂ ਡਿਸਾਈਡ ਕੀਤਾ ਹੀ ਹੋਇਆ ਕਿ ਮੈਂ ਸੈਟਲ ਨਹੀਂ ਹੋਣਾ, ਬਿਕਾਜ਼ ਅਸੀਂ ਸਭ ਜਾਣਦੇ ਹਾਂ ਕਿ ਇੱਕ ਵਾਰੀ ਅਸੀਂ ਅਗਰ ਹੁਣ ਸ਼ਾਦੀ ਵਗੈਰਾ ਹੋ ਗਈ, ਉਹ ਰਿਸਪੌਂਸਿਬਿਲਿਟੀ ਵਿੱਚ ਪੈ ਜਾਂਦੇ ਹੋ ਤੁਸੀਂ, ਫਿਰ ਮੈਂ ਇਹਨਾਂ ਦਾ ਸ਼ਾਇਦ ਨਾ ਵੀ ਦੇਖ ਪਾऊँ, ਅਤੇ ਮੈਂ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਇਹਨਾਂ ਵਾਸਤੇ ਹੀ। ਅੱਛਾ, ਫਿਰ ਇਹ ਤਾਂ ਫਿਰ ਇੱਕ ਕੁਰਬਾਨੀ ਹੋ ਗਈ ਵੀ ਇਹਨਾਂ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਸਾਥ ਹੀ ਦੇਣਾ ਹੈ? ਨਹੀਂ, ਮੈਨੂੰ ਇਹ ਕੁਰਬਾਨੀ ਨਹੀਂ ਲੱਗ ਰਹੀ, ਇਹ ਮੇਰਾ ਇੱਕ ਆਪਣਾ ਪਰਸਨਲ ਡਿਸੀਜਨ ਹੈ, ਕਿਉਂਕਿ ਮੈਂ ਨਹੀਂ ਸੋਚਦੀ ਕਿ ਸ਼ਾਦੀ ਜਾਂ ਕੋਈ ਇੱਦਾਂ ਦੀ ਚੀਜ਼ ਲਾਈਫ ਵਿੱਚ ਕੋਈ ਚੀਜ਼ ਦੀ ਖੁਸ਼ੀ ਦੀ ਗਰੰਟੀ ਹੁੰਦੀ ਹੈ। ਹਰ ਇਨਸਾਨ ਜੋ ਵੀ ਇਸ ਦੁਨੀਆ 'ਚ ਆਇਆ, ਲਾਈਫ ਵਿੱਚ ਇੱਕ ਮਕਸਦ ਹੋਣਾ ਚਾਹੀਦਾ ਜੀਣ ਦਾ, ਅਤੇ ਜਿਹਦੇ 'ਚ ਤੁਹਾਨੂੰ ਸੈਟਿਸਫੈਕਸ਼ਨ ਮਿਲੇ ਅਤੇ ਤੁਹਾਡੇ ਮਨ ਨੂੰ ਪਤਾ ਹੋਏ ਕਿ ਇਹ ਤੁਹਾਡੇ ਵਾਸਤੇ ਸਹੀ ਹੈ, ਉਹ ਕਰਨਾ। ਫੈਮਿਲੀ ਤੋਂ, ਰਿਲੇਟਿਵਸ ਤੋਂ ਪ੍ਰੈਸ਼ਰ ਨਹੀਂ ਪੈਂਦਾ ਇਸ ਗੱਲ ਦੇ ਲਈ ਫਿਰ ਮੈਰਿਜ ਲਈ? ਨਹੀਂ, ਪ੍ਰੈਸ਼ਰ ਨਹੀਂ, ਮੇਰੀ ਆਪਣੀ ਪਰਸਨਲ ਮੇਰੇ ਮਦਰ ਜਾਂ ਮੇਰੀ ਜੋ ਫੈਮਿਲੀ ਮੈਨੂੰ ਕਦੀ ਪ੍ਰੈਸ਼ਰਾਈਜ਼ ਨਹੀਂ ਕੀਤਾ, ਅਤੇ ਸਭ ਅੰਡਰਸਟੈਂਡ ਵੀ ਕਰਦੇ ਆ, ਇਸ ਬਾਰੇ ਡਿਸਕਸ਼ਨ ਹੋਈ ਹੈ, ਅਤੇ ਮੈਂ ਕਲੀਅਰ ਕੱਟ ਦੱਸਿਆ ਹੋਇਆ ਉਹਨਾਂ ਨੂੰ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਅਤੇ ਚਲੋ ਇਹ ਬਹੁਤ ਕਹਿ ਸਕਦੇ ਹਾਂ ਵੀ ਜ਼ਿੰਦਗੀ ਦੇ ਵਿੱਚ ਅਜਿਹੇ ਡਿਸੀਜ਼ਨ ਲੈਣੇ ਬੜੇ ਬਹੁਤ ਜ਼ਿਆਦਾ ਔਖੇ ਵੀ ਨੇ, ਔਰ ਇਹਨਾਂ ਡਿਸੀਜ਼ਨ ਨੂੰ ਲੈ ਕੇ ਫਰਦਰ ਲਾਈਫ ਦੇ ਵਿੱਚ ਸਾਰੇ ਕੁਝ ਚੀਜ਼ਾਂ ਨੇ ਇਹਨਾਂ ਨੂੰ ਹੈਂਡਲ ਕਰਨਾ ਇੱਕ ਦਲੇਰੀ ਭਰਿਆ ਕੰਮ ਹੈ, ਔਰ ਸਮਾਜਿਕ ਤੌਰ ਦੇ ਉੱਤੇ ਜਿਸ ਤਰੀਕੇ ਦੀ ਸੇਵਾ ਮੈਮ ਕਰ ਰਹੇ ਨੇ, ਤਾਂ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗਾ ਗੁਣ ਕਹਿ ਸਕਦੇ ਹਾਂ, ਇੱਕ ਚੰਗਾ ਸਮਾਜ ਦੇ ਵਿੱਚ ਵਿਚਰਨਾ ਕਹਿ ਸਕਦੇ ਹਾਂ। ਫੈਮਿਲੀ ਦੇ ਵਿੱਚ ਜਿਵੇਂ ਕੌਣ ਹੈ, ਜਾਂ ਤੁਹਾਡਾ ਪ੍ਰੋਫੈਸ਼ਨ ਬਾਈ ਪ੍ਰੋਫੈਸ਼ਨ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ, ਕਿਉਂਕਿ ਅਰਨਿੰਗਸ ਦੀ ਵੀ ਲੋੜ ਹੈਗੀ ਹੈ, ਇਹਦੇ ਵਾਸਤੇ ਪੈਸੇ ਦੀ ਲੋੜ ਹੈ ਹੀ ਹੈ। ਬਿਲਕੁਲ, ਬਾਈ ਪ੍ਰੋਫੈਸ਼ਨ ਅਸੀਂ ਆਇਲਸ ਟ੍ਰੇਨਰਸ ਹਾਂ, ਮੈਂ ਅਤੇ ਮੇਰੀ ਸਿਸਟਰ, ਅਤੇ ਲੇਕਿਨ ਪ੍ਰੈਜ਼ੈਂਟਲੀ ਮੈਂ ਆਇਲਸ ਨਹੀਂ ਪੜ੍ਹਾ ਰਹੀ, ਮੇਰੀ ਸਿਸਟਰ ਹੀ ਹੈਂਡਲ ਕਰਦੀ ਹੈ ਹੁਣ, ਅਤੇ ਮੈਂ ਹੁਣ ਉਹ ਸਾਰਾ ਟਾਈਮ ਆਪਣਾ ਸੇਵਾ ਵਿੱਚ ਹੀ ਲਗਾਤਾ। ਤੇ ਕਦੀ ਜਲੰਧਰ ਪ੍ਰਸ਼ਾਸਨ ਨੇ ਕਦੀ ਆ ਕੇ ਰਾਬਤਾ ਕਦੀ ਹੋਇਆ ਨਹੀਂ ਵੀ ਅਸੀਂ ਵੀ ਤੁਹਾਡੇ ਇਸ ਕਾਰਜ ਦੇ ਵਿੱਚ, ਇਸ ਕੰਮ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ, ਤੁਸੀਂ ਇਸ ਚੀਜ਼ ਨੂੰ ਹੋਰ ਫੈਲਾ ਦਿਓ, ਵਧਾ ਦਿਓ? ਨਹੀਂ, ਅਨਫੋਰਚੂਨੇਟਲੀ ਨਹੀਂ, ਹਜੇ ਤੱਕ ਮੈਨੂੰ ਇੱਦਾਂ ਦੀ ਕੋਈ ਇਨਕਰੇਜਮੈਂਟ ਜਾਂ ਕੋਈ ਸਪੋਰਟ ਨਹੀਂ ਮਿਲੀ। ਮੈਂ ਇਹੀ ਚਾਹੁੰਦੀ ਹਾਂ, ਮੈਂ ਮੀਡੀਆ ਦੇ ਥਰੂ ਜਾਂ ਤੁਹਾਡੇ ਸਭ ਦੇ ਥਰੂ ਇਹੀ ਇੱਕ ਮੈਸੇਜ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੋ ਮੈਂ ਕਰ ਰਹੀ ਹਾਂ ਐਫਰਟ ਸਮਾਜ ਵਿੱਚ, ਅਤੇ ਇਹ ਐਕਚੁਅਲੀ ਸਾਰੇ ਸਮਾਜ ਦੀ ਰਿਸਪੌਂਸਿਬਿਲਿਟੀ ਨੇ, ਹਰ ਕਿਸੇ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਇਨਫੈਕਟ ਮੈਂ ਤੁਹਾਨੂੰ ਦੱਸਦੀ ਹਾਂ ਕਿ ਬਹੁਤ ਆਪੋਜ਼ਿਟ ਰਿਸਪੌਂਸ ਮਿਲਦਾ ਹੈ, ਬਹੁਤ ਲੋਕ ਮੇਰੇ ਨਾਲ ਲੜਦੇ ਨੇ। ਉਹ ਕਿਉਂ ਲੜਦੇ ਨੇ? ਮੈਨੂੰ ਕਹਿੰਦੇ ਕਿ ਤੂੰ ਆਪਣੇ ਆਪ ਨੂੰ ਰੱਬ ਬਣੀ ਫਿਰਦੀ ਹੈ, ਕਿਉਂ ਇਹਨਾਂ ਨੂੰ ਖਾਣੇ ਦੇ ਰਹੀ ਹੈ, ਇਹ ਕੂੜੇ ਖਾਣ, ਮਰਨ, ਜੀਣ, ਤੂੰ ਕੀ ਲੈਣਾ ਹੈ, ਚਲੋ ਸਾਡੀ ਗਲੀ 'ਚ ਨਹੀਂ ਆਉਣਾ, ਇੱਥੇ ਨਹੀਂ ਪਾਣ ਆਉਣਾ, ਇਸ ਤਰ੍ਹਾਂ ਦੇ ਕਰਕੇ ਕਾਫੀ ਬਹਿਸਬਾਜ਼ੀ ਮੇਰੇ ਨਾਲ ਲੋਕ ਕਰਦੇ ਨੇ। ਪਰ ਠੀਕ ਹੈ, ਮੈਨੂੰ ਪਤਾ ਹੈ ਮੈਂ ਬਿਲਕੁਲ ਸਹੀ ਕਰ ਰਹੀ ਹਾਂ, ਮੈਂ ਕੋਈ ਕ੍ਰਾਈਮ ਨਹੀਂ ਕਰ ਰਹੀ ਜਾਂ ਕਿਸੇ ਦਾ ਕੁਛ ਮਾੜਾ ਨਹੀਂ ਕਰ ਰਹੀ, ਕਿਸੇ ਮਜਬੂਰ ਜਾਂ ਹੈਲਪਲੈਸ ਦਾ ਪੇਟ ਭਰ ਰਹੀ ਹਾਂ, ਅਤੇ ਮੈਂ ਕੋਈ ਪਰਵਾਹ ਵੀ ਨਹੀਂ ਕਰਦੀ ਕਿਸੇ ਦੀ। ਬਟ ਹਾਂ, ਸਾਡਾ ਜੋ ਸਮਾਜ ਹੈ ਜਾਂ ਲੋਕ ਹੈ, ਉਹ ਬੜੇ ਇਨਸੈਂਸਿਟਿਵ ਹੈ ਇਸ ਚੀਜ਼ ਨੂੰ ਲੈ ਕੇ, ਜਦਕਿ ਸਭ ਨੂੰ ਰਿਅਲਾਈਜ਼ ਕਰਨਾ ਚਾਹੀਦਾ। ਅਸੀਂ ਇੱਕ ਤਰਫ ਮੰਦਿਰ ਗੁਰਦੁਆਰੇ ਜਾਂਦੇ ਹਾਂ ਅਤੇ ਰੱਬ ਨੂੰ ਮੰਨਦੇ ਹਾਂ, ਅਤੇ ਅਸੀਂ ਰਿਅਲਾਈਜ਼ ਵੀ ਨਹੀਂ ਕਰਦੇ ਇਹ ਕਿੱਥੋਂ ਆਏ ਨੇ, ਇਹ ਵੀ ਤਾਂ ਰੱਬ ਦੀ ਕ੍ਰੀਏਸ਼ਨ ਹੈ, ਅਤੇ ਇਹਨਾਂ ਨੂੰ ਇਨਸਲਟ ਕਰਨਾ ਇਟ ਮੀਨਸ ਅਸੀਂ ਕਿੱਥੇ ਰੱਬ ਨੂੰ, ਫਿਰ ਰੱਬ ਦੀ ਵੀ ਇਨਸਲਟ ਹੀ ਕਰ ਰਹੇ ਨਾ। ਪਤਾ ਨਹੀਂ, ਮੈਂ ਇਸ ਚੀਜ਼ ਤੋਂ ਹੀ ਲੋਕਾਂ ਨੂੰ ਇੱਕ ਰਿਕੁਐਸਟ ਕਹਿ ਲਓ ਜਾਂ ਅਪੀਲ ਕਰਨਾ ਚਾਹੂੰਗੀ ਕਿ ਸਭ ਆਪਣੇ ਆਪਣੇ ਏਰੀਆਜ਼ ਦੇ ਡੌਗਸ ਦੀ ਹੀ ਰਿਸਪੌਂਸਿਬਿਲਿਟੀ ਲੈਣ, ਉਹਨਾਂ ਨੂੰ ਐਟਲੀਸਟ ਖਾਣਾ ਦੇਣ, ਅਤੇ ਉਹਨਾਂ ਨੂੰ ਐਟਲੀਸਟ ਮਾਰਨ ਕੁੱਟਣ ਨਾ, ਮਿਸਟਰੀਟ ਨਾ ਕਰਨ। ਮੈਂ ਬਹੁਤ ਵਾਰੀ ਦੇਖਿਆ ਲੋਕ ਡੰਡੇ ਲੈ ਕੇ, ਪੱਥਰ ਲੈ ਕੇ ਇਹਨਾਂ ਨੂੰ ਮਾਰਦੇ ਬੁਰੀ ਤਰ੍ਹਾਂ, ਕਸੂਰ ਕਿ ਉਹ ਉਹਨਾਂ ਦੀ ਥੜੀ 'ਤੇ ਬੈਠ ਗਏ ਨੇ,
ਜਾਂ ਉਹ ਕਾਰ ਤੇ ਚੜ ਗਏ ਨੇ, ਕੁਝ ਵੀ ਕਿਸੇ ਵੀ ਰੀਜ਼ਨ ਤੋਂ ਮਾਰਨ ਲੱਗ ਜਾਂਦੇ ਨੇ। ਉਹ ਬੇਜ਼ੁਬਾਨ, ਦੇਖੋ ਇਹ ਲਾਲਚ, ਇਹ ਮੋਹ ਮਾਇਆ ਤੇ ਇਹ ਲੋਕਾਂ ਵਿੱਚ ਹੈ ਨਾ, ਇਹ ਮੇਰਾ ਕਾਰ ਚੀਜ਼, ਉਹ ਵਿਚਾਰੇ ਮਾਸੂਮ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਨਾ। ਤੇ ਠੀਕ ਹੈ, ਅਗਰ ਤੁਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਉੱਤੇ ਬੈਠਣ, ਆਰਾਮ ਨਾਲ ਥੋੜ੍ਹਾ ਜਿਹਾ ਡਾਂਟ ਕੇ ਹਟਾ ਦਿਓ। ਇੰਨੀ ਬੁਰੀ ਤਰ੍ਹਾਂ ਮਾਰਨ ਦੀ ਕੀ ਲੋੜ ਹੁੰਦੀ ਹੈ। ਜਦੋਂ ਤੁਸੀਂ ਘਰ ਤੋਂ ਜਾਂਦੇ ਹੋਵੋਗੇ, ਕਿਤੇ ਬਾਹਰ ਵੀ ਜਾਂਦੇ ਹੋਵੋਗੇ, ਤਾਂ ਤੁਹਾਡਾ ਮਾਈਂਡ ਜਿਹੜਾ ਹੈ ਜਾਂ ਫੋਕਸ ਹੈ ਉਹ ਤਾਂ ਇਸ ਚੀਜ਼ 'ਤੇ ਰਹਿੰਦਾ ਹੋਊਗਾ ਵੀ ਕਿਤੇ ਕੋਈ ਇੱਦਾਂ ਕੋਈ ਬੇਜ਼ੁਬਾਨ ਕਿਤੇ ਬੈਠਾ ਹੈ ਜਾਂ ਕੋਈ ਭੁੱਖਾ ਤਾਂ ਨਹੀਂ, ਉਹ ਮਾਈਂਡ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੋਣਗੀਆਂ। ਹਾਂਜੀ ਬਿਲਕੁਲ, ਆਟੋਮੈਟਿਕਲੀ ਹੀ ਹੈ, ਇਹ ਅੰਦਰੋਂ ਹੀ ਹੈ। ਅਗਰ ਮੈਂ ਕਿੱਥੇ ਜਾ ਰਹੀ ਹਾਂ, ਆ ਰਹੀ ਹਾਂ, ਮੈਂ ਹਰ ਟਾਈਮ ਉਹ ਰੋਡ ਦੇ ਉੱਧਰ ਆਸ-ਪਾਸ ਦੇਖਦੀ ਹਾਂ, ਕਿਸ ਐਨੀਮਲਸ ਵੱਲ ਧਿਆਨ ਹੁੰਦਾ ਹੈ। ਅਗਰ ਆਉਂਦੇ ਆਉਂਦੇ ਮੈਨੂੰ ਕੁਝ ਦਿਖ ਜਾਂਦਾ, ਕੋਈ ਜ਼ਖਮੀ ਹੈ, ਮੈਂ ਸਪੈਸ਼ਲੀ ਰਿਕਸ਼ਾ ਜਾਂ ਆਟੋ ਰੁਕਵਾ ਕੇ ਉਤਰ ਕੇ ਚੈੱਕ ਕਰਨ ਵੀ ਉਤਰ ਜਾਂਦੀ ਹਾਂ ਕਿ ਕੀ ਹੋਇਆ ਹੈ ਕੀ ਨਹੀਂ। ਆਖਰੀ ਸਵਾਲ ਲਊਂਗਾ, ਜਿਵੇਂ ਤੁਸੀਂ ਕਿਹਾ ਵੀ ਲੋਕ ਕਈ ਵਾਰ ਬੁਰਾ ਵੀ ਮਨਾਉਂਦੇ ਨੇ, ਤੁਹਾਡੇ ਨਾਲ ਲੜਨ ਵੀ ਲੱਗ ਪੈਂਦੇ ਨੇ, ਬਹਿਸ ਵੀ ਕਰਨ ਲੱਗ ਪੈਂਦੇ ਨੇ, ਫਿਰ ਮਾਈਂਡ ਤਾਂ ਨਹੀਂ ਡੋਲਦਾ, ਮਨ ਡੋਲਦਾ ਤਾਂ ਨਹੀਂ ਕਿਤੇ, ਐਂ ਤਾਂ ਨਹੀਂ ਹੁੰਦਾ ਵੀ ਮੈਂ ਫਿਰ ਇੱਕ ਤਾਂ ਚੰਗਾ ਕੰਮ ਕਰ ਰਹੀ ਹਾਂ, ਦੂਸਰਾ ਲੋਕ ਐਪਰੀਸ਼ੀਏਟ ਕਰਨ ਦੀ ਬਜਾਏ ਮੇਰੇ ਨਾਲ ਲੜ ਰਹੇ ਨੇ, ਫਿਰ ਉਦੋਂ ਫਿਰ ਪੈਰ ਪਿੱਛੇ ਨੂੰ ਖਿੱਚਣ ਨੂੰ ਦਿਲ ਨਹੀਂ ਕਰਦਾ ਕਦੀ, ਮਤਲਬ ਮਨ ਤਾਂ ਨਹੀਂ ਡੋਲਦਾ? ਨਹੀਂ ਬਿਲਕੁਲ ਨਹੀਂ, ਬਿਕਾਜ਼ ਹਾਂ ਬੁਰਾ ਜ਼ਰੂਰ ਲੱਗਦਾ ਔਰ ਮੈਂ ਹਮੇਸ਼ਾ ਰੱਬ ਨਾਲ ਗੱਲ ਕਰਦੀ ਹਾਂ। ਇਹ ਜ਼ਿੰਮੇਵਾਰੀ ਮੈਨੂੰ ਰੱਬ ਨੇ ਦਿੱਤੀ ਹੈ ਅਤੇ ਮੈਂ ਬਹੁਤ ਫਖਰ ਮਹਿਸੂਸ ਕਰਦੀ ਹਾਂ ਕਿ ਰੱਬ ਨੇ ਮੈਨੂੰ ਇੰਨੇ ਅੱਛੇ ਕੰਮ ਵਾਸਤੇ ਚੁਣਨਾ। ਆਮ ਇੱਕ ਲਾਈਫ ਜੀ ਕੇ ਤਾਂ ਸਾਰੇ ਹੀ ਚਲੇ ਜਾਂਦੇ ਆ, ਹੈ ਨਾ, ਆਪਣੇ ਵਾਸਤੇ ਬਸ ਜਾਗਣਾ, ਆਪਣੇ ਵਾਸਤੇ ਖਾਣਾ ਪੀਣਾ, ਵਿਆਹ ਕਰਨਾ, ਅਤੇ ਬਸ ਇੱਦਾਂ ਹੀ ਆਪਣਾ ਆਪਣਾ ਸੋਚ ਕੇ ਤਾਂ ਸਾਰੇ ਜੀ ਲੈਂਦੇ ਆ। ਅਤੇ ਆਈ ਐਮ ਵੈਰੀ ਪ੍ਰਾਊਡ ਕਿ ਰੱਬ ਨੇ ਮੈਨੂੰ ਕਿਸੇ ਦਾ ਸਹਾਰਾ ਬਣਨ ਵਾਸਤੇ ਚੂਜ਼ ਕੀਤਾ ਹੈ ਜਾਂ ਕਿਸੇ ਦੀ ਹੈਲਪ ਕਰਨ ਵਾਸਤੇ ਚੂਜ਼ ਕੀਤਾ। ਅਤੇ ਮੈਂ ਇਨਫੈਕਟ ਡੋਲਦੀ ਨਹੀਂ, ਮੈਂ ਬਿਲਕੁਲ ਰੱਬ ਦੇ ਨਾਲ ਗੱਲ ਕਰਦੀ ਹਾਂ ਅਤੇ ਮੈਂ ਹਮੇਸ਼ਾ ਰੱਬ ਨੂੰ ਕਹਿੰਦੀ ਹਾਂ ਕਿ ਤੁਸੀਂ ਮੇਰੇ ਨਾਲ ਚੱਲੋ, ਕਿਉਂਕਿ ਜਦ ਤੁਸੀਂ ਇੱਕ ਅੱਛਾ ਕੰਮ ਕਰ ਰਹੇ ਹੋ, ਭਾਵੇਂ ਰੁਕਾਵਟਾਂ ਆਉਣਗੀਆਂ, ਪਰ ਤੁਸੀਂ ਆਪਣਾ ਦਲੇਰੀ ਨਾਲ ਜਾਂ ਡਟ ਕੇ ਆਪਣੇ ਕੰਮ ਨੂੰ ਕਰਦੇ ਰਹੋ, ਪਿੱਛੇ ਕਿਉਂ ਹਟਣਾ। ਅੱਛਾ, ਲਾਸਟ ਸਵਾਲ ਲਊਂਗਾ, ਮਿਸ਼ਨ ਕੀ ਹੈ ਹੁਣ? ਇਸ ਚੀਜ਼ ਨੂੰ ਅੱਗੇ ਵਧਾਉਣਾ ਹੈ ਜਾਂ ਜਲੰਧਰ ਸ਼ਹਿਰ ਤੱਕ ਸੀਮਿਤ ਰਹਿਣਾ ਹੈ? ਕੋਈ ਵਲੰਟੀਅਰ ਜੁੜ ਰਹੇ ਨੇ ਜਾਂ ਜੁੜਨਾ ਚਾਹੁੰਦੇ ਹੋ? ਮਾਈਂਡ ਦੇ ਵਿੱਚ ਕੁਝ ਪਲੈਨਿੰਗ ਚੱਲ ਰਹੀਆਂ ਹੋਣਗੀਆਂ? ਹਾਂਜੀ ਬਿਲਕੁਲ, ਮੈਂ ਚਾਹੁੰਦੀ ਹਾਂ ਕਿ ਮੇਰਾ ਇੱਕ ਹਜੇ ਤਾਂ ਡਰੀਮ ਹੀ ਹੈ ਕਿ ਰੱਬ ਮੇਰੇ 'ਤੇ ਇੰਨੀ ਮਿਹਰ ਕਰਨ ਕਿ ਮੈਂ ਇੱਕ ਫੂਡ ਵੈਨ, ਇੱਕ ਮੈਡੀਕਲ ਵੈਨ, ਇਹ ਸਭ ਸਟਾਰਟ ਕਰ ਸਕਾਂ, ਤਾਂ ਕਿ ਮੈਂ ਹਜੇ ਕੁਝ ਏਰੀਆ 'ਚ ਫੀਡਿੰਗ ਕਰ ਸਕਦੀ ਹਾਂ। ਮੈਂ ਜ਼ਿਆਦਾ ਤੋਂ ਜ਼ਿਆਦਾ ਫਿਰ ਕੇ ਵੈਨ 'ਚ ਜ਼ਿਆਦਾ ਤੋਂ ਜ਼ਿਆਦਾ ਫੂਡ ਪਹੁੰਚਾ ਸਕਾਂ ਹੈਲਪਲੈਸ ਡੌਗਸ ਨੂੰ, ਜਾਂ ਮੈਡੀਕਲੀ ਉਹਨਾਂ ਨੂੰ ਫਿਜ਼ੀਕਲੀ ਜੋ ਵੀ ਉਹਨਾਂ ਦੀ ਪ੍ਰੋਬਲਮਸ ਹੈ ਉਹਨਾਂ ਨੂੰ ਟਰੀਟ ਕਰਵਾ ਸਕਾਂ। ਅਤੇ ਨੈਚੁਰਲੀ ਇੱਕ ਇਕੱਲੇ ਇਨਸਾਨ ਦਾ ਕੰਮ ਨਹੀਂ ਹੈ, ਮੈਂ ਚਾਹੁੰਦੀ ਹਾਂ ਮੇਰੇ ਨਾਲ ਵੋਲੰਟੀਅਰਸ ਜਾਂ ਅੱਛੇ ਲੋਕ ਜੁੜਨ ਔਰ ਇਸ ਚੀਜ਼ 'ਚ ਮੈਨੂੰ ਸਪੋਰਟ ਕਰਨ, ਹੈਲਪ ਕਰਨ। ਇਨਫੈਕਟ ਇੱਕ ਹੋਰ ਮੈਂ ਅਪੀਲ ਕਰਨਾ ਚਾਹੂੰਗੀ, ਫਾਈਨੈਂਸ਼ੀਅਲੀ ਵੀ ਸਾਨੂੰ ਬੜੀ ਸਪੋਰਟ ਦੀ ਲੋੜ ਹੁੰਦੀ ਹੈ, ਬਿਕਾਜ਼ ਇੱਕ ਇਨਸਾਨ ਇੱਕ ਲਿਮਿਟ ਤੱਕ ਕਰ ਲੈਂਦਾ, ਬਟ ਫਿਰ ਹਰ ਕਿਸੇ ਦੀ ਆਪਣੀ ਪੋਕਟ ਹੈ, ਕਦੀ ਆ ਕੇ ਮੈਂ ਮਜਬੂਰ ਵੀ ਬਹੁਤ ਫੀਲ ਕਰਦੀ ਹਾਂ। ਇਸ ਤਰ੍ਹਾਂ ਮੈਂ ਚਾਹੁੰਦੀ ਹਾਂ ਕਿ ਆਸ-ਪਾਸ ਇੰਨੇ ਲੋਕ ਵਸੇ ਹੋਏ ਨਾ, ਸਾਰੇ ਕੁਛ ਨਾ ਕੁਛ ਸਪੋਰਟ ਕਰਨ ਮੈਡੀਕਲੀ, ਫੂਡ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਆ ਕੇ ਅੱਗੇ ਵੱਧ ਚੜ੍ਹ ਕੇ ਸਪੋਰਟ ਕਰਨ, ਸੋ ਦੈਟ ਮੈਂ ਹੋਰ ਬੈਟਰ ਕੰਮ ਕਰ ਸਕਾਂ। ਫਾਈਨਾਂਸ ਦੀ ਗੱਲ ਕੀਤੀ ਹੈ, ਜਿੰਨੇ ਕੁ ਕਮਾਉਂਦੇ ਹੋਣਗੇ ਸਾਰੇ ਇੱਧਰ ਹੀ ਲਾ ਦਿੰਦੇ ਹੋਣਗੇ ਮੈਨੂੰ ਲੱਗਦਾ ਹੈ, ਤਾਂ ਫਿਰ ਫੈਮਿਲੀ ਕਦੇ ਕਹਿੰਦੀ ਨਹੀਂ ਜਾਂ ਆਪਣੇ ਮਨ ਦੇ ਵਿੱਚ ਨਹੀਂ ਆਉਂਦਾ ਵੀ ਆਪਣੀ ਪੋਕਟ 'ਚ ਕੁਝ ਬਚਿਆ ਨਹੀਂ? ਨਹੀਂ, ਇਸ ਤਰ੍ਹਾਂ ਮੇਰੇ ਮਨ 'ਚ ਕੁਛ ਵੀ ਨਹੀਂ ਆਉਂਦਾ, ਬਿਕਾਜ਼ ਮੈਂ, ਹਾਂ ਤੁਸੀਂ ਸਹੀ ਕਹਿ ਰਹੇ ਹੋ, ਇਨਫੈਕਟ ਮੈਂ ਕਰੋਨਾ ਦੇ ਦੌਰਾਨ ਆਪਣਾ ਅਕਾਊਂਟ ਵਗੈਰਾ ਵੀ ਸਭ ਖਾਲੀ ਕਰ ਲਏ, ਸਭ ਕੁਝ, ਕੋਈ ਫਰਕ ਨਹੀਂ ਪੈਂਦਾ, ਬਿਕਾਜ਼ ਇੱਕ ਲਾਈਫ ਹੈ। ਅਸੀਂ ਇੰਨਾ ਮੋਹ ਮਾਇਆ ਪੈਸਾ ਕਰਦੇ, ਇੱਕ ਪਲ ਦੀ ਤਾਂ ਲਾਈਫ ਦਾ ਪਤਾ ਨਹੀਂ, ਅੱਜ ਹੈਗੇ ਆ ਕੱਲ੍ਹ ਪਤਾ ਨਹੀਂ ਹੈ ਨਾ ਹੋਣਾ ਵੀ ਹੈ ਕਿ ਨਹੀਂ। ਠੀਕ ਹੈ, ਜੋ ਪ੍ਰੈਜ਼ੈਂਟ ਹੈ ਉਹ ਤਾਂ ਦੇਖ ਕੇ ਜਿਓ ਨਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ, ਔਰ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਅਰਦਾਸਾਂ ਨਾਲ ਨੇ ਕਿ ਤੁਸੀਂ ਇਸ ਕਾਰਜ ਨੂੰ ਬਦਸਤੂਰ ਲਗਾਤਾਰ ਜਾਰੀ ਰੱਖੋ, ਔਰ ਬਹੁਤ ਸਾਰੇ ਲੋਕ, ਚੰਗੇ ਲੋਕ ਤੁਹਾਡੇ ਨਾਲ ਜੁੜਨ, ਔਰ ਇਹਨਾਂ ਬੇਜ਼ੁਬਾਨਾਂ ਦਾ ਜਿੱਥੇ ਢਿੱਡ ਭਰਦੇ ਰਹਿਣ, ਇਹਨਾਂ ਨੂੰ ਸਿਹਤ ਪੱਖੋਂ ਵੀ ਜਿਹੜਾ ਉਹ ਮਜ਼ਬੂਤੀ ਜ਼ਰੂਰ ਮਿਲੇ। ਤਾਂ ਬਹੁਤ ਬਹੁਤ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ, ਔਰ ਐਪਰੀਸੀਏਸ਼ਨ, ਸਾਡੀਆਂ ਬੈਸਟ ਵਿਸ਼ੇਸ ਵੀ ਤੁਹਾਡੇ ਨਾਲ ਨੇ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਇਹ ਸਨ ਮੈਮ ਨੀਲਮ, ਦੋ ਭੈਣਾਂ ਨੇ ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਚੱਕੀ ਆ, ਪੱਲਿਓਂ ਜੋ ਤਿਲ ਫੁੱਲ ਕਮਾਉਂਦੀਆਂ ਨੇ ਉਹ ਸਾਰਾ
ਬੇਜ਼ੁਬਾਨਾਂ ਦੇ ਉੱਤੇ ਲਗਾਉਂਦੀਆਂ ਨੇ। ਉਹਨਾਂ ਦਾ ਨਾ ਸਿਰਫ 2 ਵੇਲੇ ਢਿੱਡ ਭਰਦੀਆਂ ਨੇ, ਬਲਕਿ ਜੇਕਰ ਮੈਡੀਕਲ ਤੌਰ ਦੇ ਉੱਤੇ ਵੀ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਦਾ ਇਲਾਜ ਵੀ ਕਰਵਾਉਂਦੀਆਂ ਨੇ। ਤਾਂ ਅਜਿਹੀ ਸੇਵਾ ਦੇ ਵਿੱਚ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਮਦਦ ਕਰਨ ਦੀ। ਮਦਦ ਤੁਸੀਂ ਆਪਣੇ ਤਰੀਕੇ ਨਾਲ ਵੀ ਕਰ ਸਕਦੇ ਹੋ ਕਿ ਜੇਕਰ ਤੁਹਾਡੇ ਗੇਟ ਦੇ ਬਾਹਰ ਵੀ ਕੋਈ ਅਜਿਹਾ ਬੇਜ਼ੁਬਾਨ ਜਾਨਵਰ ਕੋਈ ਘੁੰਮਦਾ ਹੈ ਤਾਂ ਉਸ ਨੂੰ ਰੋਟੀ ਜ਼ਰੂਰ ਪਾਓ, ਘੱਟੋ ਘੱਟ ਉਸ ਨੂੰ ਮਾਰੋ ਨਾ। ਜੇਕਰ ਉਹ ਪਾਣੀ ਦੀ ਪਿਆਸ ਦੇ ਵਿੱਚ ਹੈ ਤਾਂ ਉਸ ਦੀ ਪਾਣੀ ਦੇ ਨਾਲ ਪਿਆਸ ਬੁਝਾਓ, ਤੁਹਾਡਾ ਵੀ ਭਲਾ ਹੋਵੇਗਾ, ਸਮਾਜ ਦਾ ਵੀ ਭਲਾ ਹੋਵੇਗਾ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।